ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ 15 ਮਹੀਨਿਆਂ ਵਿੱਚ ਬੀੜ ਤਿਆਰ ਕੀਤੀ ਗਈ। ਹੁਣ ਮੈਂ ਤੇ ਕੁਝ ਕੀ ਦਰਸ਼ਨ ਕਰਵਾ ਸਕਦਾ, ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਮਾਲ ਤੇ ਹੈ ਹੀ ਹੈ, ਪਰ ਜੇ ਤਰਤੀਬ ਵੇਖਣੀ ਹੈ, ਜੇ ਉਹਦੀ ਸੰਪਾਦਨਾ ਵੇਖਣੀ ਹੈ, ਵੀ ਕੋਈ ਅਲੱਗ ਨਹੀਂ ਕਰ ਸਕਦਾ। ਉਹਨਾਂ ਨੇ ਇਦਾਂ ਨਹੀਂ ਕੀਤਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਬਾਣੀ ਪਹਿਲੋਂ ਲਿਖ ਦਿੱਤੀ ਹੋਵੇ ਬੀੜ ਵਿੱਚ, ਵੀ ਕੱਲ ਨੂੰ ਫੇਰ ਸੰਭਾਵਨਾ ਬਣੀ ਰਵੇ ਸਾਰੀ ਦੀ ਸਾਰੀ ਅਲੱਗ ਕਰ ਲੈਣ, ਫੇਰ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਲਿਖੀ ਹੋਵੇ। ਇਦਾਂ ਨਹੀਂ ਕੀਤਾ। ਉਹਨਾਂ 30 ਰਾਗ ਚੁਣੇ ਆ, ਕਿਉਂਕਿ ਇੱਕ ਰਾਗ 9ਵੇਂ ਪਾਤਸ਼ਾਹ ਦੇ ਵੇਲੇ ਸ਼ਾਮਲ ਹੋਇਆ, ਉਦੋਂ 30 ਰਾਗਾਂ ਵਿੱਚ ਬਾਣੀ ਲਿਖੀ ਗਈ ਹੈ। ਰਾਗ ਦੇ ਵਿੱਚ ਰਾਗ ਬੱਧ ਬਾਣੀ ਕੀਤੀ। ਰਾਗ ਲੈ ਲਿਆ, ਕੋਈ ਵੀ ਜਦੋਂ ਰਾਗ ਲੈਂਦੇ, ਰਾਗ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਲਿਖਦੇ ਹਨ, ਤੇ ਫਿਰ ਗੁਰੂ ਅੰਗਦ ਦੇਵ ਜੀ ਦੀ ਨਹੀਂ ਲਿਖਦੇ, ਕਿਉਂਕਿ ਉਹਨਾਂ ਦੇ ਸ਼ਬਦ ਨਹੀਂ, ਉਹਨਾਂ ਦੇ ਸ਼ਲੋਕ ਹੈ। ਉਹ ਸ਼ਲੋਕ 22 12 ਹੈ ਗੁਰੂ ਗ੍ਰੰਥ ਸਾਹਿਬ ਦੀ ਵਿੱਚ। 22 ਵਿੱਚੋਂ 9 12 ਤੇ ਧੁਨੀਆਂ ਚੜਾਈਆਂ ਹੋਈਆਂ। ਧੁਨੀ ਦਾ ਭਾਵ ਇਹ ਹੁੰਦਾ, ਮਿਸਾਲ ਦੇ ਤੌਰ ਤੇ ਜਿਵੇਂ ਆਸਾ ਕੀ ਵਾਰ ਹੈ, ਟੁੰਡੇ ਅਸਰਾਜੇ ਕੀ ਧੁਨੀ, ਇਦਾਂ 9 12 ਤੇ ਚੜੀਆਂ। ਜਿਨ੍ਹਾਂ 12 ਤੇ ਧੁਨੀਆਂ ਚੜੀਆਂ ਨੇ, ਉਹਨਾਂ ਵਿੱਚੋਂ ਇੱਕ ਆਸਾ ਕੀ ਵਾਰ ਹੈ, ਜਿਹਦਾ ਆਪਾਂ ਅੰਮ੍ਰਿਤ ਵੇਲੇ ਗਿਆਨ ਕਰਦੇ ਹਾਂ। ਪ੍ਰਾਤਨੀ ਮਰਿਆਦਾ ਹੈ। ਸੋ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਜਿਹੜੇ ਹਨ ਉਹ 12 ਵਿੱਚ ਮਿਲਦੇ। ਜਦੋਂ ਆਪਾਂ ਆਸਾ ਕੀ ਵਾਰ ਸ਼ੁਰੂ ਹੀ ਹੁੰਦੀ ਹੈ, ਭਾਵੇਂ ਆਸਾ ਕੀ ਵਾਰ ਗੁਰੂ ਨਾਨਕ ਪਾਤਸ਼ਾਹ ਦੀ ਹੈ, ਪਰ ਉਹਦੇ ਵਿੱਚ ਸ਼ਲੋਕ ਦੂਜੇ ਪਾਤਸ਼ਾਹ ਦੇ ਨੇ, ਜਿਵੇਂ ਕਿ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰਾਂ ਦਾ। ਦੂਜੇ ਪਾਤਸ਼ਾਹ ਦੇ ਸ਼ਲੋਕ 12 ਵਿੱਚ ਹੈ। ਰਾਗ ਦੇ ਵਿੱਚ ਜੋ ਤਰਤੀਬ ਆ, ਉਹਦਾ 31 ਰਾਗ ਆ, ਪਰ ਜਿਸ ਪਹਿਲੇ ਪ੍ਰਕਾਸ਼ ਦੀ ਆਪਾਂ ਗੱਲ ਕਰਦੇ ਉਦੋਂ 30 ਰਾਗ ਹੈ। ਉਦੋਂ ਬੀੜ 30 ਰਾਗਾਂ ਵਿੱਚ ਲਿਖੀ ਗਈ। ਪਹਿਲਾ ਰਾਗ ਸ੍ਰੀ ਰਾਗ ਹੈ। ਮੰਨ ਲਓ ਇੱਕ ਰਾਗ ਦੇ ਵਿੱਚ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਲਿਖਦੇ ਹਨ, ਫਿਰ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਤੇ 12 ਵਿੱਚ ਆ ਗਏ, ਫਿਰ ਤੀਸਰੇ ਪਾਤਸ਼ਾਹ ਦੀ, ਫਿਰ ਚੌਥੇ ਪਾਤਸ਼ਾਹ ਦੀ। ਚੌਥੇ ਪਾਤਸ਼ਾਹ ਦੀ ਬਾਣੀ 30 ਰਾਗਾਂ ਵਿੱਚ ਹੈ। ਸਭ ਤੋਂ ਜ਼ਿਆਦਾ ਰਾਗ ਚੌਥੇ ਪਾਤਸ਼ਾਹ ਜੀ ਨੇ ਵਰਤੇ ਹਨ। 19 ਰਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। 17 ਰਾਗਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਹੈ। ਗੁਰੂ ਅੰਗਦ ਦੇਵ ਜੀ ਦੀ ਕੇਵਲ 12 ਦੇ ਵਿੱਚ ਹੈ। ਫਿਰ ਚੌਥੇ ਪਾਤਸ਼ਾਹ ਦੀ ਬਾਣੀ, ਫਿਰ ਪੰਜਵੇਂ ਪਾਤਸ਼ਾਹ ਦੀ ਬਾਣੀ, ਫਿਰ ਜੇ ਕਿਸੇ ਰਾਗ ਦੇ ਵਿੱਚ ਵਾਰ ਹੈ, ਵਾਰ ਤੇ ਫਿਰ ਅਖੀਰ ਤੇ ਭਗਤ ਬਾਣੀ ਅਖੀਰ ਤੇ ਆਉਂਦੀ ਹੈ। ਪਰ ਭਗਤਾਂ ਦੇ ਵਿੱਚ ਵੀ ਤਰਤੀਬ ਰੱਖੀ ਹੈ। ਉਹ ਸਾਨੂੰ ਬਹੁਤ ਵੱਡਾ ਇਸ਼ਾਰਾ ਕਰਦੀ ਹੈ। ਇਤਿਹਾਸ ਦੇ ਵਿੱਚ ਮਤਭੇਦ ਹੋ ਸਕਦੇ ਵੀ ਕਿਹੜਾ ਭਗਤ ਕਿੱਥੇ ਕਦੋਂ ਹੋਇਆ, ਪਰ ਬਾਣੀ ਤੋਂ ਇੱਕ ਵੱਡਾ ਅੰਦਾਜ਼ਾ ਲੱਗ ਜਾਂਦਾ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੋਂ ਬਾਣੀ ਆ ਰਹੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਪਹਿਲੋਂ ਹੋਏ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਗਿਆਨ ਵੀ ਪਹਿਲੋਂ ਹੋਏ। ਜਿਹੜੇ ਉਹਨਾਂ ਤੋਂ ਬਾਅਦ ਹੋਏ ਗੁਰੂ, ਉਸੇ ਹਿਸਾਬ ਨਾਲ ਬਾਣੀ ਦੀ ਤਰਤੀਬ ਰੱਖੀ ਹੈ। ਪਰ ਭਗਤਾਂ ਦੀ ਬਾਣੀ ਵਿੱਚ ਜਿਹੜੀ ਤਰਤੀਬ ਆ, ਉੱਥੇ ਸਭ ਤੋਂ ਸ਼੍ਰੋਮਣੀ ਭਗਤ 500 ਤੋਂ ਉੱਪਰ ਸ਼ਬਦ ਉਚਾਰਨ ਕਰਨ ਵਾਲੇ ਭਗਤ ਕਬੀਰ ਜੀ ਦਾ ਨਾਮ ਪਹਿਲੋਂ ਆਉਂਦਾ। ਜਦੋਂ ਭਗਤ ਬਾਣੀ ਚਾਲੂ ਹੋਏਗੀ, ਜਿੱਥੇ ਕਬੀਰ ਜੀ ਦੀ ਬਾਣੀ, ਉਹਨਾਂ ਦਾ ਨਾਮ ਪਹਿਲੋਂ ਆਉਂਦਾ ਹੈ, ਪਹਿਲੋਂ ਸ਼ਬਦ ਆਉਂਦੇ ਹਨ। ਤੁਸੀਂ ਸਹਿਜ ਪਾਠ ਜ਼ਿੰਦਗੀ ਵਿੱਚ ਜ਼ਰੂਰ ਕਰੋ। ਅੱਜ ਆਪਾਂ ਆਦਿ ਬੀੜ ਦਾ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਪਰਨ ਕਰਕੇ ਜਾਇਓ ਜਾਂ ਅਰਦਾਸ ਕਰਕੇ ਜਾਇਓ। ਜਿਹੜੇ ਸਹਿਜ ਪਾਠ ਕਰਦੇ ਹਨ, ਧੰਨ ਭਾਗ। ਤੇ ਜਿਨ੍ਹਾਂ ਨੇ ਨਹੀਂ ਕੀਤਾ, ਉਹ ਜ਼ਿੰਦਗੀ ਵਿੱਚ 6 ਮਹੀਨੇ ਦਾ ਸਮਾਂ ਮਿਥ ਲਓ, ਮਹੀਨੇ ਦਾ ਸਮਾਂ ਮਿਥ ਲਓ, ਜਾਂ ਅੱਜ ਦੇ ਪ੍ਰਕਾਸ਼ ਦਿਹਾੜੇ ਤੋਂ ਆਉਣ ਵਾਲੇ ਪ੍ਰਕਾਸ਼ ਦਿਹਾੜੇ ਤੱਕ ਹਰੇਕ ਬੰਦਾ, ਕਿਉਂਕਿ ਜਿਹਨੂੰ ਪੰਜਾਬੀ ਆਉਂਦੀ ਉਹ ਪਾਠ ਕਰ ਸਕਦਾ ਹੈ, ਡਰਨ ਦੀ ਲੋੜ ਨਹੀਂ ਹੈ। ਜਿਹੜਾ ਨਹੀਂ, ਬਹੁਤ ਘੱਟ ਹੋਣਗੇ ਜਿਹੜੇ ਨਹੀਂ ਕਰ ਸਕਦੇ, ਉਹ ਸੁਣ ਸਕਦੇ ਆ। ਪਾਠੀ ਤੋਂ ਵੀ ਸੁਣ ਸਕਦੇ ਆ, ਗ੍ਰੰਥੀ ਤੋਂ ਸੁਣ ਸਕਦੇ ਆ, ਤੁਹਾਡੇ ਪਰਿਵਾਰ ਵਿੱਚ ਜਿਹੜਾ ਪਾਠ ਕਰਦਾ ਉਹ ਤੋਂ ਸੁਣ ਸਕਦੇ ਆ, ਜਾਂ ਘੱਟੋ ਘੱਟ ਨੈਟ ਤੋਂ ਹੀ ਸੁਣ ਸਕਦੇ। ਇੱਕ ਗੁਰਬਾਣੀ ਦੀ ਤਰਤੀਬ ਵੇਖੋ ਵੀ ਜਿਹੜਾ ਤੁਹਾਡੇ ਕੋਲੇ ਖਜ਼ਾਨਾ ਹੈ, ਆਪਾਂ ਕਿੰਨੇ ਅਵੇਸ ਲਿਓ, ਕਿੱਡਾ ਮਹਾਨ ਆ ਸਾਰੇ ਪਾਸੇ। ਉਹਦੇ ਵਿੱਚ ਭਗਤ ਵੀ ਵੱਖ-ਵੱਖ ਇਲਾਕਿਆਂ ਦੇ ਲੈ ਲਏ, ਭਾਸ਼ਾਵਾਂ ਵੀ ਉਦੋਂ ਦੀਆਂ ਪ੍ਰਚਲਿਤ, ਜਿਹਦੇ ਵਿੱਚ ਸੱਚ ਦਾ ਗਿਆਨ ਦਿੱਤਾ ਗਿਆ ਸੀ, ਉਹ ਬਹੁਤ ਭਾਸ਼ਾਵਾਂ ਵੀ ਉਹਦੇ ਵਿੱਚ ਸਾਰੀਆਂ ਲੈ ਲਈਆਂ। ਵੱਖ-ਵੱਖ ਜਾਤਾਂ ਦੇ ਭਗਤ ਵੀ ਉਹਦੇ ਵਿੱਚ ਲੈ ਲਏ। ਫਿਰ ਹਰੇਕ ਵਿਸ਼ੇ ਤੇ ਉਸ ਗੁਰਬਾਣੀ ਵਿੱਚ ਚਾਨਣਾ ਪਾਇਆ। ਉਸ ਨੂੰ ਮਿਊਜ਼ਿਕ ਦੇ ਪੱਖ ਤੋਂ, ਸੰਗੀਤ ਦੇ ਪੱਖ ਤੋਂ, ਗਾਉਣ ਦੇ ਪੱਖ ਤੋਂ, ਪੜਤਾਲਾਂ, ਵੱਡੇ ਤਾਲਾਂ ਦੇ ਵਿੱਚ ਗਾਏ ਜਾਣ ਵਾਲੇ ਤਾਲ, ਪੜਤਾਲ, ਘਰ ਵਜਾਉਣ ਦੇ ਨਾਲ ਸੰਬੰਧਿਤ ਹੈ, ਰਾਗ ਗਾਉਣ ਦੇ ਨਾਲ ਸੰਬੰਧਿਤ ਹੈ।
31 ਮੁੱਖ ਰਾਗ ਹਨ, ਪਰ ਅੱਗੇ ਮਿਕਸ ਕਰਕੇ 7 ਹੋਰ ਵੀ ਹਨ। ਜਿਵੇਂ ਬਸੰਤ ਮੁੱਖ ਰਾਗ ਹੈ ਤੇ ਉਹਦੇ ਵਿੱਚ ਜਾ ਕੇ ਅੱਗੇ ਬਸੰਤ ਹੰਡੋਲ ਦੇ ਸ਼ਬਦ ਆਉਂਦੇ, ਉਹ ਮਿਕਸ ਰਾਗ ਹੈ। 7 ਵੱਖਰੇ ਉਹ ਇਹਨਾਂ ਦੇ ਵਿੱਚ ਸਮਿਲਿਤ ਹਨ। ਸੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਹੁਤ ਤਰਦੀਬ ਦੇ ਕੇ 30 ਰਾਗਾਂ ਦੇ ਵਿੱਚ 34 ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਨੇ ਆਪਣੇ ਸਮੇਤ ਭਾਈ ਗੁਰਦਾਸ ਜੀ ਤੋਂ ਲਿਖਾਈ। ਹੋਰ ਵੀ ਸਿੱਖ ਨਾਲ ਮਦਦ ਸਹਾਇਤਾ ਸੇਵਾ ਕਰ ਰਹੇ ਸਨ। ਜਿਹੜਾ ਬੰਦਾ ਸਭ ਤੋਂ ਜ਼ਿਆਦਾ ਪੜ੍ਹਿਆ ਸੀ, ਲਿਖ ਸਕਦਾ ਸੀ, ਗਿਆਨ ਸੀ, ਗੁਰੂ ਪਾਤਸ਼ਾਹ ਦੀ ਰਮਜ਼ ਸਮਝ ਸਕਦਾ ਸੀ, ਤੇ ਬਾਣੀ ਲਿਖਾਈ ਗਈ। ਬਾਣੀ ਦੀ ਵਿਆਕਰਨ ਬਾਣੀ ਵਿੱਚ ਰੱਖੀ ਹੈ। ਸਕਰੀਨ ਤੇ ਕੋਈ ਸੇਵਾਦਾਰ ਨਹੀਂ ਹੈ, ਨਹੀਂ ਤੇ ਮੈਂ ਉਸ ਇੱਕ ਪੰਕਤੀ ਦੇ ਦਰਸ਼ਨ ਆਪਾਂ ਕਰਦੇ ਜਿੱਥੋਂ ਆਪਾਂ ਜਿਹੜੀ ਉਹਦੀ ਗ੍ਰਾਮਰ ਹੈ, ਉਹਦੀ ਜਿਹੜੀ ਵਿਆਕਰਨ, ਉਹਦੇ ਦਰਸ਼ਨ ਕਰਨੇ ਸਨ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਹੁਤ ਦੂਰਦੇਸ਼ੀ ਨਾਲ ਇੱਕ ਤੇ ਲੜੀਵਾਰ ਲਿਖੀ ਹੈ। ਲੜੀਵਾਰ ਵੀ ਤਾਂ ਲਿਖੀ ਸੀ ਕਿਉਂਕਿ ਵਿਰੋਧੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਮਿਲਾਵਟ ਕੀਤੀ ਜਾਵੇ, ਗੁਰਬਾਣੀ ਤੋਂ ਇਹਨਾਂ ਨੂੰ ਰੋਕਿਆ ਜਾਵੇ। 3 ਭਗਤ ਵੀ ਉਦੋਂ ਵਿਰੋਧੀਆਂ ਨੇ ਘੱਲੇ। ਉਦੋਂ ਆਏ ਸਨ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਵੀ ਸਾਡੀ ਬਾਣੀ ਦਰਜ ਕਰੋ। ਤੁਸੀਂ ਉਹਨਾਂ ਭਗਤਾਂ ਦੀ ਬਾਣੀ ਲਿਖੀ ਜਾਂਦੇ ਜਿਹੜੇ ਅੱਜ ਦੁਨੀਆ ਤੇ ਨਹੀਂ ਰਹੇ, ਅਸੀਂ ਤਾਂ ਤੁਹਾਡੇ ਸਾਹਮਣੇ ਆ। ਫਿਰ ਸਤਿਗੁਰਾਂ ਨੇ ਕਿਹਾ ਤੁਸੀਂ ਆਪਣੀ ਕਵਿਤਾ ਸੁਣਾਓ ਜਿਹੜੀ ਤੁਹਾਡੀ ਹੈ। ਉਹਨਾਂ ਨੇ ਫਿਰ ਜਦੋਂ ਆਪਣੀ ਸੁਣਾਈ, ਕਿਸੇ ਨੇ ਕਿਹਾ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਨ ਜਸ ਗਾਵੇ, ਖੋਜ ਦੇਖੋ ਮਤ ਕੋਈ ਰੇ। ਸਤਿਗੁਰਾਂ ਨੇ ਕਿਹਾ ਵੀ ਨਹੀਂ, ਇੱਥੇ ਤੇ ਤੂੰ ਸਦਾ ਸਲਾਮਤ ਨਿਰੰਕਾਰ ਹੈ, ਪਰ ਇਹਦੇ ਵਿੱਚ ਹੰਕਾਰ ਦਾ ਪ੍ਰਗਟਾਵਾ ਹੁੰਦਾ ਹੈ, ਸਾਡੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਚਲੋ ਨਾਰਾਜ਼ ਹੁੰਦੇ ਗਏ। ਦੂਜੇ ਤੋਂ ਸੁਣਿਆ, ਉਹ ਕਹਿੰਦਾ ਕਾਗਦ ਸੰਦੀ ਪੂਤਰੀ ਤੋਂ ਨ ਤਰਿਆ ਨਿਹਾਰ, ਵੀ ਬੀਬੀ ਤੋਂ, ਔਰਤ ਤੋਂ, ਨਾਰੀ ਤੋਂ ਤੇ ਇਸ ਕਦਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਵੀ ਇਹ ਕਾਗਜ਼ ਦੀ ਵੀ ਹੋਵੇ ਤੇ ਉਹ ਤੋਂ ਨਫ਼ਰਤ ਕਰਨਾ ਚਾਹੀਦਾ, ਉਹਦੇ ਦਰਸ਼ਨ ਮਾਤਰ ਨਾ ਕੀਤੇ ਜਾਣ। ਸਤਿਗੁਰਾਂ ਨੇ ਕਿਹਾ ਨਹੀਂ, ਇੱਥੇ ਤੇ ਉਹਨੂੰ ਸਨਮਾਨ ਦਿੱਤਾ ਗਿਆ, ਸਤਿਕਾਰ ਦਿੱਤਾ ਗਿਆ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਤੁਸੀਂ ਕਹਿੰਦੇ ਉਹ ਕਾਗਜ਼ ਦੀ ਵੀ ਹੋਵੇ ਤੇ ਉਹਦੇ ਤੋਂ ਦੂਰੀ ਬਣਾ ਕੇ ਰੱਖੋ, ਉਹ ਠੀਕ ਨਹੀਂ ਹੈ। ਸਤਿਗੁਰਾਂ ਨੇ ਕਿਹਾ ਨਹੀਂ, ਇਸਤਰੀ ਜਾਤੀ ਨੂੰ ਪੂਰਾ ਮਾਨ ਤੇ ਸਤਿਕਾਰ। ਫਿਰ ਬਾਕੀ ਇਸੇ ਤਰ੍ਹਾਂ ਬਾਕੀ ਭਗਤਾਂ ਨੇ ਸੁਣਾਈ। ਇਹ ਇੱਕ ਕਹਿੰਦਾ ਆਸਾ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੂੜਿਆ ਨਾ ਅਲੂਦ ਪਏ, ਵੀ ਅਸੀਂ ਤੇ ਜਨਮ ਲੈ ਕੇ ਬਹੁਤ ਮਾੜਾ ਕੰਮ ਕੀਤਾ, ਦੁੱਖਾਂ ਭਰੇ ਸੰਸਾਰ ਵਿੱਚ ਆ ਗਏ, ਸਾਡੇ ਨਾਲੋਂ ਚੰਗੇ ਸੀ ਉਹ ਜਿਹੜੇ ਜੰਮਦਿਆਂ ਹੀ ਮਰ ਗਏ। ਸਤਿਗੁਰਾਂ ਨੇ ਕਿਹਾ ਨਹੀਂ, ਇਹ ਤੇ ਮਨੁੱਖਾ ਜਨਮ ਬਹੁਤ ਦੁਰਲੱਭ ਤੇ ਕੀਮਤੀ ਹੈ ਤੇ ਨਿਰਾਸ਼ਾਜਨਕ ਗੱਲ ਹੈ ਵੀ ਜਿਹੜੇ ਜੰਮਦਿਆਂ ਮਰ ਗਏ ਉਹ ਚੰਗੇ ਸੀ ਤੇ ਸਾਨੂੰ ਮਨੁੱਖਾ ਜਨਮ ਮਿਲ ਗਿਆ, ਅਸੀਂ ਮਾੜੇ ਆ। ਸਤਿਗੁਰਾਂ ਨੇ ਕਿਹਾ ਨਹੀਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਮਨੁੱਖਾ ਜਨਮ ਬੜਾ ਮਹਾਨ ਹੈ, ਸੱਚ ਸਮਝਣ ਵਾਸਤੇ ਮਿਲਿਆ, ਸੱਚਾ ਆਨੰਦ ਲੈਣ ਵਾਸਤੇ ਮਿਲਿਆ। ਇਸ ਕਰਕੇ ਉਹ ਨਾਰਾਜ਼ ਹੋ ਗਏ, ਵਿਰੋਧੀਆਂ ਨਾਲ ਰਲ ਗਏ। ਫਿਰ 5ਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਸਤੇ ਉਹਨਾਂ ਨੇ ਵੀ ਰੋਲ ਅਦਾ ਕੀਤਾ। ਇੱਕ ਤੇ ਕਾਨਾ ਜਿਹੜਾ ਸੀ ਉਹ ਤੇ ਰਾਹ ਜਾਂਦਾ ਹੀ ਮਰ ਗਿਆ। ਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਣੀ ਲਿਖੀ, ਫਿਰ ਬਾਣੀ ਨੂੰ ਸ਼੍ਰੋਮਣੀ ਦਰਜਾ ਦੇਣ ਵਾਸਤੇ, ਗੁਰਬਾਣੀ ਦਾ ਪ੍ਰਚਾਰ ਹੋਵੇ। ਗੁਰਬਾਣੀ ਮੁੱਖ ਹੈ, ਗੁਰੂਆਂ, ਗੁਰਬਾਣੀ ਸਾਡੇ ਗੁਰੂਆਂ ਦਾ ਵੀ ਗੁਰੂ। ਉਹਨਾਂ ਨੇ ਗੁਰਬਾਣੀ ਵਿੱਚ ਲਿਖ ਕੇ ਦੱਸਿਆ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਪਾਤਸ਼ਾਹ ਜਦੋਂ ਸਿੱਧਾਂ ਨਾਲ ਗੱਲਬਾਤ ਕਰਦੇ ਹਨ, ਸਿੱਧ ਕਹਿੰਦੇ ਹਨ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਹੇ ਬਾਲਕ ਨਾਨਕ, ਉਹ ਨਾਨਕ ਨੂੰ ਬਾਲਕ ਕਹਿੰਦੇ ਹਨ ਕਿਉਂਕਿ ਉਹ ਛੋਟੀ ਉਮਰ ਦੇ ਹਨ, ਸਿੱਧ ਵੱਡੀਆਂ ਉਮਰਾਂ ਦੇ ਹਨ। ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਸਵਾਲ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਿਹੜਾ ਮੇਰਾ ਗੁਰੂ ਉਹੋ ਹੀ ਮਨੁੱਖਤਾ ਦਾ ਗੁਰੂ, ਜਿਨੇ ਮੈਨੂੰ ਅਗਵਾਈ ਬਖਸ਼ੀ ਹੈ, ਉਹਦੇ ਲਾੜੀ ਦੁਨੀਆ ਨੂੰ ਲਾਉਣ ਵਾਸਤੇ ਆਇਆ। ਸਿੱਧਾਂ ਨੇ ਕਿਹਾ ਕੌਣ, ਤਾਂ ਸਿੱਧਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੇ ਲਿਖਿਆ ਵੀ ਹੈ ਸਿੱਧ ਗੋਸ਼ਟ ਵਿੱਚ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਹੈ, ਉਹਦੇ ਵਿੱਚ ਜੁੜਿਆ ਹੋਇਆ ਧਿਆਨ। ਸਰੀਰ ਦੀ ਗੱਲ ਹੀ ਮੁਕਾ ਦਿੱਤੀ, ਨਾ ਸਰੀਰ ਗੁਰੂ ਤੇ ਨਾ ਸਰੀਰ ਚੇਲਾ। ਸ਼ਬਦ ਗੁਰੂ ਹੈ, ਜਿਹਨੇ ਸੁਰਤ ਜੋੜ ਲਈ, ਜਿਹਨੇ ਧਿਆਨ ਜੋੜ ਲਿਆ, ਉਹ ਚੇਲਾ ਹੈ। ਜਿਹਦਾ ਧਿਆਨ ਬਾਣੀ ਵੱਲ ਨਹੀਂ, ਜਿਹਦਾ ਧਿਆਨ ਸੱਚ ਵੱਲ ਨਹੀਂ, ਜਿਹਦਾ ਧਿਆਨ ਸੁਰਤੀ ਬਿਰਤੀ ਖੋਜ ਵਾਲੇ ਪਾਸੇ ਨਹੀਂ, ਜਿਹੜਾ ਬਾਣੀ ਸਮਝਣਾ ਨਹੀਂ ਚਾਹੁੰਦਾ, ਵਿਚਾਰਨਾ ਨਹੀਂ ਚਾਹੁੰਦਾ, ਉਹ ਚੇਲਾ ਨਹੀਂ ਹੈ, ਸਿੱਖ ਨਹੀਂ ਹੈ। ਸਿੱਖ ਉਹ ਜਿਹਦਾ ਧਿਆਨ ਬਾਣੀ ਵਿੱਚ ਹੈ, ਜਿਹਦੀ ਸੁਰਤ ਸ਼ਬਦ ਵਿੱਚ ਹੈ, ਜਿਹੜਾ ਸਮਝਣਾ ਚਾਹੁੰਦਾ, ਸ਼ਬਦ ਨੂੰ ਜਾਣਨਾ ਚਾਹੁੰਦਾ, ਉਸ ਤੇ ਚੱਲਣਾ ਚਾਹੁੰਦਾ।
ਜਿਹੜਾ ਕੇਵਲ ਪੂਜਾ ਹੀ ਕਰਨਾ ਚਾਹੁੰਦਾ ਉਹਨਾਂ ਬਾਰੇ ਵੀ ਲਿਖ ਦਿੱਤਾ ਵੀ ਗਿਣਤੀ ਪੱਖੋਂ ਤੇ ਬਹੁਤ ਆਉਂਦੇ ਹਨ, ਧਾਰਮਿਕ ਸਥਾਨਾਂ ਤੇ ਬਹੁਤ ਇਕੱਠੇ ਹੁੰਦੇ ਹਨ ਲੋਕ, ਤੇ ਵੇਖਣ ਚਾਖਣ ਨੂੰ ਗਾਈ ਸੁਣੀ ਜਾਂਦੇ ਹਨ, ਪਰ ਏਦਾਂ ਗੱਲ ਨਹੀਂ ਬਣਨੀ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰਿ ਊਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤ ਕਰਕੇ ਉਹੀ ਮੰਨੇਗਾ ਜਿਹਦਾ ਧਿਆਨ ਸ਼ਬਦ ਵੱਲ ਹੈ। ਤੁਸੀਂ ਇੱਥੇ ਬੈਠੇ ਹੋ, ਜੇ ਤੁਹਾਡਾ ਧਿਆਨ ਇੱਥੇ ਹੈ ਤੇ ਤੁਸੀਂ ਇੱਥੇ ਹੋ, ਨਹੀਂ ਤੇ ਜਿੱਥੇ ਤੁਹਾਡਾ ਧਿਆਨ ਹੈ ਉੱਥੇ ਤੁਸੀਂ ਹੋ, ਇੱਥੇ ਨਹੀਂ ਬੈਠੇ। ਸੋ ਗੁਰੂ ਅਰਜਨ ਪਾਤਸ਼ਾਹ ਤੱਕ ਸਾਰੇ ਗੁਰੂਆਂ ਨੇ ਗੁਰਬਾਣੀ ਦੀ ਵਡਿਆਈ ਕੀਤੀ। ਗੁਰੂ ਅੰਗਦ ਪਾਤਸ਼ਾਹ ਵੀ ਕਰਦੇ ਹਨ ਕਿ ਗੁਰ ਜੇ ਸੌ ਚੰਦਾ ਉਗਮੈ ਸੂਰਜ ਚੜੇ ਹਜ਼ਾਰੇ, ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰੇ। ਸ਼ਬਦ ਵੱਲ ਇਸ਼ਾਰਾ ਹੈ, ਬਾਣੀ ਵੱਲ ਇਸ਼ਾਰਾ ਹੈ। ਤੇ ਤੀਸਰੇ ਪਾਤਸ਼ਾਹ ਨੇ ਤੇ ਵਿਸਥਾਰ ਨਾਲ ਗੱਲ ਕਹੀ ਕਿ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਕਿਉਂਕਿ ਕੱਚੀ ਬਾਣੀ ਲਿਖਣੀ ਰੀਸ ਕਰਕੇ ਆਰੰਭ ਹੋ ਗਈ ਸੀ। ਉਹ ਪੰਕਤੀਆਂ ਦਾ ਮੈਂ ਜ਼ਿਕਰ ਲੱਗਾ ਸੀ ਕਰਨ, ਜਿਹੜੇ ਟਰਾਲੀਆਂ ਤੇ ਵੀ ਲੋਕ ਲਿਖਾਉਂਦੇ ਆ, ਵਿਆਹ ਦੇ ਕਾਰਡਾਂ ਤੇ ਲਿਖਾਉਂਦੇ ਆ, ਪਰ ਉਹਨੂੰ ਬਾਣੀ ਸਮਝਦੇ ਆ। ਪਰ ਇਹਦਾ ਭਾਵ ਅਸੀਂ ਬਾਣੀ ਦੇ ਨਾਲ ਪਿਆਰ ਨਹੀਂ ਕਰਦੇ, ਬਾਣੀ ਦੇ ਨਾਲ ਜੁੜੇ ਹੋਏ ਨਹੀਂ, ਸਾਨੂੰ ਬਾਣੀ ਦੀ ਪਛਾਣ ਹੀ ਨਾ ਹੋਵੇ। ਉਹ ਹਰ ਨਾਨਕ ਨੀਵਾ ਜੋ ਚੱਲੈ ਲੱਗੇ ਨਾ ਤਤੀ ਵਾਉ। ਇਹ ਬਾਣੀ ਦੀ ਪੰਕਤੀ ਸਮਝੀ ਜਾਂਦੀ, ਪਰ ਰੀਸ ਕਰਕੇ ਜਿਹੜੇ ਲਿਖਦੇ ਸਨ ਉਹਨਾਂ ਦੀ ਹੈ, ਪ੍ਰਿਥੀਏ ਦੇ ਪੁੱਤਰ ਮਿਹਰਬਾਨ ਦੀ ਜਾਂ ਹੋਰਾਂ ਦੀ। ਇਹ ਬਾਣੀ ਦੀ ਨਹੀਂ ਹੈ। ਨਾਨਕ ਨੀਵਾ ਜੋ ਚੱਲੈ ਲੱਗੇ ਨਾ ਤਤੀ ਵਾਉ। ਫਿਰ ਉਹਨਾਂ ਦੀ ਕੱਚੀ ਬਾਣੀ ਵਿੱਚੋਂ ਇੱਕ ਹੋਰ ਹੈ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਕੱਚੀ ਬਾਣੀ ਇਦਾਂ ਨਾਨਕ ਦੇ ਨਾਂ ਤੇ ਪ੍ਰਚਲਿਤ ਹੋ ਗਈ ਸੀ, ਤਾਂ ਸਤਿਗੁਰਾਂ ਨੇ ਅਲਰਟ ਕੀਤਾ, ਸੁਚੇਤ ਕੀਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਸੋ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਨਮਾਨਯੋਗ, ਸਤਿਕਾਰਯੋਗ, ਪੱਕੀ ਬਾਣੀ ਹੈ। ਬਾਕੀ ਲਿਖਤਾਂ ਦਾ ਸਤਿਕਾਰ ਹੋ ਸਕਦਾ ਹੈ, ਸਿੱਖਿਆ ਜਾ ਸਕਦਾ ਕੁਛ, ਪਰ ਸਭ ਤੋਂ ਉੱਚਾ ਦਰਜਾ ਜਿਹੜਾ ਹੈ ਉਹ ਗੁਰਬਾਣੀ ਦਾ ਵਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਫਿਰ ਵੇਖੋ ਖੁਸ਼ੀ ਦੀ ਗੱਲ, ਬੀੜ ਤਿਆਰ ਹੋਈ ਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ, ਸਿੱਖਾਂ ਦੇ ਵਿੱਚ ਬੜਾ ਉਤਸ਼ਾਹ ਹੈ, ਬੜੀ ਖੁਸ਼ੀ ਹੈ। ਗੁਰਬਾਣੀ ਨੂੰ ਸ਼੍ਰੋਮਣੀ ਦਰਜਾ ਦੇਣ ਵਾਸਤੇ, ਵੱਡਾ ਦਰਜਾ ਦੇਣ ਵਾਸਤੇ, ਵਿਰੋਧੀਆਂ ਤੋਂ ਬਚਾ ਕੇ ਰੱਖਣ ਵਾਸਤੇ, ਗੁਰਬਾਣੀ ਦੀ ਹਿਫਾਜ਼ਤ ਵਾਸਤੇ, ਗੁਰਬਾਣੀ ਦੀਆਂ ਪੋਥੀਆਂ ਬੀੜਾਂ ਦੀ ਸਾਂਭ ਸੰਭਾਲ ਵਾਸਤੇ। ਕਿਉਂਕਿ ਜਿੱਥੇ ਭਾਈ ਗੁਰਦਾਸ ਜੀ ਨੇ ਇੱਕ ਬੀੜ ਲਿਖੀ ਮੁੱਖ, ਉੱਥੇ ਭਾਈ ਬੰਨੂ ਨੂੰ ਲਾ ਕੇ ਹੋਰ ਉਤਾਰੇ ਕੀਤੇ ਗਏ। ਤੇ ਇੱਕ ਅੰਦਾਜ਼ੇ ਮੁਤਾਬਕ 12 ਕਾਤਬ ਉਹਨਾਂ ਨੂੰ ਕਹਿੰਦੇ ਸਨ ਜਿਹੜਾ ਲਿਖਣਾ ਜਾਣਦੇ ਸਨ। ਉਹ ਭਾਈ ਬੰਨੋ ਦੀ ਨਿਗਰਾਨੀ ਹੇਠ ਲਾਏ ਸਨ, ਜਿਹੜੇ ਗੁਪਤ ਉਤਾਰੇ ਕਰਕੇ ਵੱਖ-ਵੱਖ ਭਰੋਸੇਯੋਗ ਸਿੱਖਾਂ ਦੇ ਕੋਲੇ ਭੇਜੇ ਗਏ ਸਨ ਕਿ ਜੇ ਇੱਕ ਬੀੜ ਹੋਵੇਗੀ, ਇੱਕ ਥਾਂ ਤੇ ਹੋਵੇਗੀ, ਵਿਰੋਧੀ ਉਸ ਨੂੰ ਨੁਕਸਾਨ ਪਹੁੰਚਾ ਸਕਦੇ ਆ, ਇਹ ਅਗਨ ਭੇਟ ਕਰ ਸਕਦੇ ਆ, ਜਲਾ ਸਕਦੇ ਆ, ਲਿਜਾ ਸਕਦੇ ਆ। ਔਰ ਬੀੜਾਂ ਨਾਲ ਏਦਾਂ ਹੋਇਆ ਵੀ। ਤੇ ਉਦੋਂ ਫਿਰ ਸ਼੍ਰੋਮਣੀ ਦਰਜਾ ਦੇਣ ਵਾਸਤੇ ਘੇਰੇ ਪਾਣੀ ਤੇ ਵਿੱਚ ਹਰਮੰਦਰ ਸਾਹਿਬ ਦੀ ਇਮਾਰਤ ਇੱਕ ਕਿਲੇ ਨੁਮਾ ਬਿਲਡਿੰਗ, ਉਹ ਹਿਫਾਜ਼ਤ ਪੱਖੋਂ, ਮਜ਼ਬੂਤੀ ਪੱਖੋਂ ਘੇਰੇ ਪਾਣੀ। ਉਹ ਸੰਕੇਤ ਵੀ ਹੈ, ਉਹ ਗੁਰੂ ਦੀ ਯਾਦਗਾਰ ਹੈ। ਅਸੀਂ ਉਹਦਾ ਸਨਮਾਨ ਕਰਨਾ, ਸਤਿਕਾਰ ਕਰਨਾ ਸਾਡੀ ਜ਼ਿੰਦ ਜਾਨ ਹੈ, ਸਾਂਭ ਕੇ ਰੱਖਣਾ ਅਸੀਂ ਉਹ ਸਾਡੀ ਵਿਰਾਸਤ ਹੈ। ਪਰ ਉਹਦਾ ਬਣਾਉਣ ਦਾ ਕਾਰਨ ਜਿੱਥੇ ਇਹ ਸੀ ਸੰਦੇਸ਼ ਦੇਣਾ ਕਿ ਜਿਵੇਂ ਪਾਣੀ ਦੇ ਨਾਲ ਸਰੀਰ ਦੀ ਮੈਲ ਲੈਂਦੀ ਹੈ, ਇਸੇ ਤਰ੍ਹਾਂ ਅੰਦਰ ਜਿਹੜਾ ਮਨ, ਉਹਦੀ ਮੈਲ ਬਾਣੀ ਦੇ ਨਾਲ ਲੈਣੀ ਹੈ। ਨਹਾਇਆ ਮਨ ਦੀ ਮੈਲ ਨਹੀਂ ਲੈ ਸਕਦੀ, ਸਰੀਰ ਦੀ ਲੈ ਸਕਦੀ ਹੈ ਪਾਣੀ ਨਾਲ। ਜਿਵੇਂ ਸਰੀਰ ਨੂੰ ਤੰਦਰੁਸਤ, ਰਿਸ਼ਟ ਪੁਸ਼ਟ, ਪਵਿੱਤਰ ਪਾਕ ਰੱਖਣ ਵਾਸਤੇ ਪਾਣੀ ਚਾਹੀਦਾ ਹੈ, ਘੇਰੇ ਪਾਣੀ ਹੈ ਹਰਮੰਦਰ ਸਾਹਿਬ ਦੇ, ਉੱਦਾਂ ਮਨ ਨੂੰ ਜੇ ਪਵਿੱਤਰ ਕਰਨਾ ਹੈ ਤਾਂ ਬਾਣੀ ਦੇ ਨਾਲ ਹੀ ਹੋ ਸਕਦਾ ਹੈ। ਇਹਦਾ ਇਸ਼ਨਾਨ ਬਾਣੀ ਵਿੱਚ ਕਰਾਉਣਾ ਹੈ, ਜਲ ਨਾਲ ਨਹੀਂ ਹੋ ਸਕਦਾ। ਜਲ ਦੇ ਮੱਜਨ ਜੇਗਤ ਹੋਵੇ, ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਜੂਨੀ ਆ। ਅਸੀਂ ਇਸ਼ਨਾਨ ਮਨ ਦਾ ਬਾਣੀ ਦੇ ਨਾਲ ਕਰਾਉਣਾ। ਇਸ ਲਈ ਇਹ ਸੰਕੇਤ ਵੀ ਦਿੱਤਾ, ਇੱਕ ਸਿੱਖਿਆ ਵੀ ਦਿੱਤੀ ਸਰੋਵਰ ਤੇ ਦਰਬਾਰ ਸਾਹਿਬ ਬਣਾ ਕੇ। ਦੂਜਾ ਵੱਡਾ ਕਾਰਨ ਇਹ ਸੀ ਵੀ ਜਦੋਂ ਦੂਰ ਤੱਕ ਘੇਰੇ ਪਾਣੀ ਹੋਵੇਗਾ,
ਕਿਉਂਕਿ ਜਦੋਂ ਰਾਜੇ ਮਹਾਰਾਜੇ ਪੁਰਾਣੇ ਸਮਿਆਂ ਦੇ ਵਿੱਚ ਕਿਲੇ ਬਣਾਉਂਦੇ ਸਨ, ਉਹ ਘੇਰੇ ਘੇਰੇ ਫਸੀਲ ਔਰ ਇੱਕ ਖੇਲ ਵੱਡੀ ਪੁੱਟ ਕੇ ਪਾਣੀ ਵੀ ਛੱਡਦੇ ਸਨ ਕਿ ਆਸਾਨੀ ਨਾਲ ਵਿਰੋਧੀ ਜਿਹੜਾ ਹੈ ਉਹ ਹਮਲਾ ਨਹੀਂ ਕਰ ਸਕਦਾ। ਇਹ ਸਾਰਿਆਂ ਪੱਖਿਆਂ ਤੋਂ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਏ ਗੁਰੂ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ, ਕਿਉਂਕਿ ਜਿਹੜੇ ਵਿਰੋਧੀ ਸਨ ਉਹ ਸੜ ਬਲ ਗਏ। ਉਹਨਾਂ ਅਕਬਰ ਤੱਕ ਸ਼ਿਕਾਇਤਾਂ ਕੀਤੀਆਂ, ਸਿੱਖਾਂ ਨੂੰ ਬੀੜ ਲੈ ਕੇ ਬਟਾਲੇ ਜਾਣਾ ਪਿਆ, ਸਪਸ਼ਟੀਕਰਨ ਹੋਇਆ, ਗੱਲਬਾਤ ਹੋਈ। ਅਕਬਰ ਅਖੀਰ ਉਹਨੇ ਸੀਸ ਝੁਕਾਇਆ, ਇਹਦੇ ਵਿੱਚ ਕੋਈ ਗਲਤ ਨਹੀਂ। ਵਿਰੋਧੀਆਂ ਨੂੰ ਸੜ ਬਲ ਤਾਂ ਗਏ ਵੀ ਜਦੋਂ ਹੁਣ ਬੀੜ ਲਿਖ ਦਿੱਤੀ ਹੈ, ਗ੍ਰੰਥ ਲਿਖ ਦਿੱਤਾ ਗਿਆ, ਇਸ ਪੰਥ ਦੀਆਂ, ਇਸ ਧਰਮ ਦੀਆਂ ਜੜ੍ਹਾਂ ਪਤਾਲ ਵਿੱਚ ਲੱਗ ਗਈਆਂ। ਜਦੋਂ ਪੰਥ ਵੀ ਹੋ ਗਿਆ ਤੇ ਗ੍ਰੰਥ ਵੀ ਹੋ ਗਿਆ। ਸੋ ਸਤਿ ਸ੍ਰੀ ਅਕਾਲ। ਬਹੁਤ ਵੱਡਾ ਖਤਰਾ ਸੀ। ਗੁਰੂ ਘਰ ਦਾ ਜਿਹੜਾ ਕੀਮਤੀ ਖਜ਼ਾਨਾ ਉਹ ਸੋਨਾ ਨਹੀਂ ਹੈ, ਚਾਂਦੀ ਨਹੀਂ ਹੈ, ਥਾਵਾਂ ਨਹੀਂ, ਉਹ ਛੱਡ ਦਿੱਤੀਆਂ। ਜੇ ਕਰਤਾਰਪੁਰ ਸਾਹਿਬਜ਼ਾਦਿਆਂ ਨੇ ਝਗੜਾ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਹਿਤਾ ਲੈਣੇ ਨੂੰ ਵੀ ਤੁਸੀਂ ਕਰਤਾਰਪੁਰ ਛੱਡ ਜਾਓ, ਆਪਣੀ ਜ਼ਮੀਨ ਵਿੱਚ ਖਡੂਰ ਸਾਹਿਬ ਚੱਲ ਜਾਓ। ਖਡੂਰ ਸਾਹਿਬ ਜੇ ਉਹਨਾਂ ਦੇ ਪੁੱਤਰ ਦਾਤੂ ਦਾਸੂ ਨੇ ਝਗੜਾ ਕੀਤਾ ਤੇ ਝਗੜੇ ਵਿੱਚ ਨਹੀਂ ਪਏ, ਥਾਵਾਂ ਦੇ ਨਾਲ ਮੋਹ ਨਹੀਂ ਕੀਤਾ, ਖਡੂਰ ਵੀ ਛੱਡ ਦਿੱਤਾ, ਗੋਂਦਵਾਲ ਚਲੇ ਗਏ। ਜੇ ਗੋਂਦਵਾਲ ਮੋਹਨ ਜੀ ਨੇ ਕੋਈ ਸਮੱਸਿਆ ਕੀਤੀ ਤੇ ਗੋਂਦਵਾਲ ਵੀ ਛੱਡਿਆ, ਗੁਰੂ ਕੇ ਚੱਕ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਵੀ ਜੇ ਪ੍ਰਿਥੀ ਚੰਦ ਨੇ ਸਮੱਸਿਆ ਖੜੀ ਕੀਤੀ ਤੇ ਉਲਝੇ ਨਹੀਂ ਗਏ ਆਪਣਿਆਂ ਨਾਲ, ਲੜਾਈ ਵਿੱਚ ਨਹੀਂ ਪਏ, ਥਾਵਾਂ ਦੇ ਨਾਲ ਨਹੀਂ ਬੰਨਿਆ, ਥਾਵਾਂ ਨਾਲ ਸਿੱਖੀ ਨਹੀਂ ਜੁੜੀ ਹੋਈ। ਤਰਨ ਤਾਰਨ ਵਸਾ ਲਿਆ, ਉੱਥੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸਿੱਖੀ ਸ਼ਬਦ ਨਾਲ ਜੁੜੀ ਹੈ, ਬਾਣੀ ਨਾਲ ਜੁੜੀ ਹੈ, ਗ੍ਰੰਥ ਨਾਲ ਪੰਥ ਜੁੜਿਆ ਹੋਇਆ। ਜੇ ਤਰਨ ਤਾਰਨ ਸ਼ੇਖ ਫਤਿਹ ਵਾਲਿਆਂ ਨੇ ਤੇ ਨੂਰਦੀਨ ਦੇ ਹਾਕਮਾਂ ਨੇ ਅੜਿੱਕਾ ਡਾਇਆ ਤੇ ਉਹ ਜਗ੍ਹਾ ਛੱਡ ਕੇ ਹਰਗੋਬਿੰਦਪੁਰੇ ਤੋਂ ਜਲੰਧਰ ਵਾਲਾ ਕਰਤਾਰਪੁਰ ਵੀ ਇਹ ਛੱਡ ਕੇ ਕੀਰਤਪੁਰ ਨਗਰ ਵਸਾ ਲਿਆ। ਕੀਰਤਪੁਰ ਤੋਂ ਆਨੰਦਪੁਰ ਸਾਹਿਬ, ਆਨੰਦਪੁਰ ਵੀ ਛੱਡਣਾ ਪਿਆ ਕੁਝ ਸਮਾਂ, ਪੌਂਟਾ ਸਾਹਿਬ ਚਲੇ ਗਏ। ਇਸੇ ਤਰ੍ਹਾਂ ਉਹ ਥਾਵਾਂ ਬਦਲ ਕੇ ਪ੍ਰਚਾਰ ਨੂੰ ਮੁੱਖ ਰੱਖਿਆ ਵੀ ਸਿੱਖੀ ਥਾਵਾਂ ਦੇ ਨਾਲ ਨਹੀਂ ਵੱਜੀ, ਨਾਵਾਂ ਦੇ ਨਾਲ ਨਹੀਂ ਵੱਜੀ ਹੋਈ, ਇਹ ਸ਼ਬਦ ਨਾਲ ਇਹਦਾ ਸੰਬੰਧ ਹੈ ਤੇ ਸ਼ਬਦ ਸਦਾ ਸਰਬ ਵਿਆਪੀ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਬੀੜ ਤਿਆਰ ਹੋ ਗਈ, ਬੀੜ ਦੀ ਸਾਂਭ ਸੰਭਾਲ ਵਾਸਤੇ ਬਹੁਤ ਪੁਖਤਾ ਪ੍ਰਬੰਧ ਕੀਤੇ। ਘੇਰੇ ਘੇਰੇ ਪਾਣੀ ਵਿੱਚ ਮਜ਼ਬੂਤ ਕਿਲੇ ਵਰਗੀ ਇਮਾਰਤ ਹਰਮੰਦਰ ਸਾਹਿਬ, ਦਰਬਾਰ ਸਾਹਿਬ ਬਣਾ ਕੇ, ਜਿੱਥੇ ਕਿਸੇ ਵੀ ਗੁਰ ਵਿਅਕਤੀ ਨੇ ਗੱਦੀ ਨਹੀਂ ਲਾਈ, ਉੱਥੇ ਸਭ ਤੋਂ ਪਹਿਲਾਂ ਪ੍ਰਕਾਸ਼ ਜਿਹੜਾ ਅੱਜ ਆਪਾਂ ਮਨਾ ਰਹੇ ਹਾਂ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ। ਜਦੋਂ ਬੀੜ ਤਿਆਰ ਹੋਈ ਰਾਮਸਰ, ਹੁਣ ਬੀੜ ਉੱਥੇ ਲੈ ਕੇ ਜਾਣੀ ਹੈ, ਉਹ ਦ੍ਰਿਸ਼ ਆਪਣੇ ਅੱਖਾਂ ਦੇ ਸਾਹਮਣੇ ਲਿਆਓ, ਦਰਸ਼ਨ ਕਰੀਏ। ਆਪਾਂ ਵੀ ਜਦੋਂ ਬੀੜ ਲੈ ਕੇ ਜਾਂਦੇ ਹਾਂ, ਸ਼ਬਦ ਗਾਉਂਦੇ ਹਾਂ, ਅਨੇਕਾਂ ਸਿੱਖ ਬੀੜ ਲੈ ਕੇ ਜਾਣ ਵਾਸਤੇ ਤਿਆਰ ਹੋਏ। ਉੱਥੇ ਵੀ ਸਿੱਖ ਇਕੱਠੇ ਹੋਏ। ਅਗਲੇ ਪਾਸੇ ਦਰਬਾਰ ਸਾਹਿਬ ਸੰਗਤਾਂ ਜਿਵੇਂ ਅੱਜ ਵੀ ਉਡੀਕ ਕਰਦੀਆਂ ਜਦੋਂ ਪਾਲਕੀ ਆਉਂਦੀ। ਹਰਮੰਦਰ ਸਾਹਿਬ ਵੀ ਗੁਰੂ ਦੇ ਸਿੱਖਾਂ ਵਿੱਚ, ਸੰਗਤਾਂ ਵਿੱਚ ਬੜਾ ਚਾਅ ਹੈ, ਬੜਾ ਉਤਸ਼ਾਹ ਹੈ। ਉਧਰ ਹਰਮੰਦਰ ਸਾਹਿਬ ਵੀ ਗੁਰੂ ਅਰਜਨ ਪਾਤਸ਼ਾਹ ਨੇ ਵੀ ਆਉਣਾ ਤੇ ਬੀੜ ਲੈ ਕੇ ਆਉਣੀ ਹੈ। ਜਿਹੜੀ ਪਹਿਲੀ ਬੀੜ ਤਿਆਰ ਕੀਤੀ ਗਈ, ਸਾਰੇ ਇੱਕ ਧਾਗੇ ਵਿੱਚ ਪਰੋ ਦਿੱਤੇ ਹੈ, ਬਾਣੀਕਾਰ ਰਾਗਬੱਧ ਤਰੀਕੇ ਨਾਲ। ਉੱਥੇ ਰਾਮਸਰ ਵੀ ਸੰਗਤਾਂ ਦਾ ਇਕੱਠ ਹੈ ਕਿ ਸਤਿਕਾਰ ਦੇ ਨਾਲ ਬੀੜ ਲੈ ਕੇ ਜਾਣੀ ਹੈ। ਜਦੋਂ ਬੀੜ ਤਿਆਰ ਹੋਈ ਭਾਦੋਂ ਸੁਦੀ 1 ਨੂੰ, ਉਧਰ ਹਰਮੰਦਰ ਸਾਹਿਬ ਦੀ ਇਮਾਰਤ ਤਿਆਰ ਹੈ ਗੁਰਬਾਣੀ ਦੀ ਸਾਂਭ ਸੰਭਾਲ ਤੇ ਸ਼੍ਰੋਮਣੀ ਦਰਜਾ ਦੇਣ ਵਾਸਤੇ। ਤਾਂ ਫਿਰ ਉੱਥੋਂ ਸ਼ਬਦ ਗਾਉਂਦਿਆਂ ਆਏ। ਚਲੋ ਆਪਾਂ ਉਹ ਗਾ ਲਈਏ, ਇਕਾਗਰਤਾ ਬਣੇ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਉੱਚੀ ਸੁਹਾਵਾ, ਰਾਮ ਰਾਜੇ ਗੁਰ ਸਿੱਖੀ ਸੋ ਥਾਨ, ਭਾਲਿਆ ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ, ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੂਜਿਆ, ਤਿਨ ਹਰ ਪੂਜ ਕਰਾਵਾ, ਪੂਜ ਕਰਾਵਾ। ਬੜੇ ਸਨਮਾਨ ਨਾਲ, ਬੜੇ ਸਤਿਕਾਰ ਨਾਲ ਭਾਈ ਗੁਰਦਾਸ ਜੀ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਪ, ਬਾਬਾ ਬੁੱਢਾ ਜੀ, ਹੋਰ ਪਿਆਰੇ ਸਿੱਖ ਸ਼ਬਦ ਗਾਉਂਦਿਆਂ, ਗੁਰਬਾਣੀ ਗਾਉਂਦਿਆਂ, ਗੁਰਬਾਣੀ ਦਾ ਖਜ਼ਾਨਾ ਲੈ ਕੇ ਹਰਮੰਦਰ ਸਾਹਿਬ ਵਾਲੇ ਪਾਸੇ ਜਾ ਰਹੇ ਹਨ।
ਤੇ ਉੱਥੇ ਅੱਗੇ ਸੰਗਤਾਂ ਬੇਸਬਰੀ ਦੇ ਨਾਲ ਉਡੀਕ ਕਰਦੀਆਂ ਹੋਈਆਂ ਗੁਰਬਾਣੀ ਦੇ ਰਾਹੀਂ ਆਪਣੀ ਤਾਂਘ ਪ੍ਰਗਟ ਕਰਦੀਆਂ। ਸਾਰੇ ਮਿਲ ਕੇ ਗਾਓ। ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ ਗੁਰ ਤੇਰਾ, ਦੇਖ ਜੀਵਾ ਗੁਰ ਤੇਰਾ ਦਰਸ਼ਨ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ। ਉੱਚੀ ਬੋਲੋ, ਸਾਰੇ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਇਹ ਬੇਨੰਤੀ। ਦੇ ਨਾਮ ਕਰ ਆਪਣੇ ਚੇਰੇ, ਦੇ ਨਾਮ ਕਰ ਆਪਣੇ ਚੇਰੇ। ਇੱਕ ਹੋਰ ਪੰਕਤੀ ਦਰਸ਼ਨਾਂ ਦੀ ਤਾਂਘ ਪ੍ਰਗਟ ਕਰਨ ਵਾਸਤੇ। ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਦਰਸ਼ਨ ਕੋ ਬਲ ਜਾਓ, ਗੁਰ ਜੀ ਕੇ ਦਰਸ਼ਨ। ਏਦਾਂ ਬੇਸਬਰੀ ਦੇ ਨਾਲ ਸ਼ਬਦ ਪੜ੍ਹਦੀਆਂ ਸੰਗਤਾਂ ਹਰਿਮੰਦਰ ਸਾਹਿਬ ਉਡੀਕ ਰਹੀਆਂ ਹਨ। ਅੱਜ ਵੀ ਇਹ ਨਜ਼ਾਰਾ ਆਪਾਂ ਉੱਥੇ ਜਾ ਕੇ ਅੰਮ੍ਰਿਤ ਵੇਲੇ ਵੇਖ ਸਕਦੇ ਆ ਕਿ ਗੁਰਬਾਣੀ ਨੂੰ ਕਿੱਡਾ ਵੱਡਾ ਸ਼੍ਰੋਮਣੀ ਦਰਜਾ ਦਿੱਤਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਆਦਿ ਬੀੜ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਅੱਜ ਦੇ ਦਿਨ ਕੀਤਾ, ਜਿਹੜਾ ਦਿਨ ਮਨਾ ਰਹੇ ਆ। ਤੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਵਾਕ ਸੁਣਾਓ। ਇਹ ਲਿਖਤਾਂ ਵਿੱਚ ਲਿਖਿਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਸਭ ਸੰਗਤਾਂ ਸੁਣਿਆ ਕਰਨਗੀਆਂ। ਅੱਜ ਤੋਂ ਆਰੰਭਤਾ ਕਰੀਏ। ਮੁੱਖ ਵਾਕ ਹੁਕਮਨਾਮਾ ਸ਼ਬਦ ਸੁਣਾਓ, ਆਰੰਭਤਾ ਕਰੋ। ਉਦੋਂ ਦੀ ਆਰੰਭਤਾ ਹੋਈ, ਅੱਜ ਤੱਕ ਆਪਾਂ ਮੁੱਖ ਵਾਕ ਸੁਣ ਸੁਣ ਕੇ ਆਨੰਦਿਤ ਹੁੰਦੇ ਆ ਰਹੇ ਹਾਂ। ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਤੇ ਜਿਹੜਾ ਹੁਕਮਨਾਮਾ ਪਹਿਲਾ ਬਖਸ਼ਿਸ਼ ਕੀਤਾ, ਕਿੰਨਾ ਢੁਕਵਾਂ ਸੀ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਜਿਹੜਾ ਸ਼ਬਦ ਹੈ ਪਹਿਲਾ ਹੁਕਮਨਾਮਾ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਹੁਕਮਨਾਮੇ ਦੀ ਵਿਆਖਿਆ ਕੀਤੀ ਜਾਵੇ, ਕਿਉਂਕਿ ਸਮਾਂ ਚਾਹੀਦਾ ਹੈ। ਇਸ ਪ੍ਰਕਾਰ ਆਦਿ ਬੀੜ ਪੋਥੀ ਸਾਹਿਬ ਦਾ ਪ੍ਰਕਾਸ਼ ਜੋ 30 ਰਾਗਾਂ ਦੇ ਵਿੱਚ ਲਿਖੀ ਸੀ ਹਰਿਮੰਦਰ ਸਾਹਿਬ ਵਿਖੇ ਹੋਇਆ। ਦੂਜਾ ਪੁਰਬ ਆਪਾਂ ਜਦੋਂ ਮਨਾਵਾਂਗੇ ਸੰਪੂਰਨਤਾ ਦਿਵਸ, ਦਮਦਮਾ ਸਾਹਿਬ ਜਦੋਂ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਬੀੜ ਸੰਪੂਰਨ ਹੋਈ, ਉਹ ਇਤਿਹਾਸ ਫਿਰ ਆਪਾਂ ਉਦੋਂ ਸਾਂਝਾ ਕਰਾਂਗੇ। ਤੀਜਾ ਪੁਰਬ ਜਿਹੜਾ ਆਪਾਂ ਮਨਾਉਂਦੇ ਉਹ ਗੁਰਗੱਦੀ ਦਿਵਸ ਹੈ, ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੀਰਕ ਜਾਮੇ ਦਾ ਸਿਲਸਿਲਾ ਖਤਮ ਕਰਕੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਤੁਰਿਆ ਆਉਂਦਾ ਸੀ, ਸਰੀਰਕ ਜ਼ਿੰਮੇਵਾਰੀ ਪੰਥ ਨੂੰ ਤੇ ਆਤਮਿਕ ਗ੍ਰੰਥ ਨੂੰ ਸਦਾ ਵਾਸਤੇ ਦੇ ਦਿੱਤੀ। ਪਰ ਸ਼ਬਦ ਨੂੰ, ਬਾਣੀ ਨੂੰ ਗੁਰੂਆਂ ਨੇ ਹਮੇਸ਼ਾ ਹੀ ਆਪਣਾ ਗੁਰੂ ਮੰਨਿਆ ਹੈ। ਜਿਵੇਂ ਕਿ ਆਪਾਂ ਪ੍ਰਮਾਣ ਪੜ੍ਹੇ ਹਨ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਬਾਕੀ ਬਾਣੀਕਾਰਾਂ ਨੇ ਵੀ ਸ਼ਬਦ ਦੀ ਮਹਾਨਤਾ ਦੱਸੀ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਗ੍ਰੰਥ ਦੀ ਤੇ ਪੰਥ ਦੀ ਸ਼ੁਰੂਆਤ ਕੀਤੀ ਤੇ 10ਵੇਂ ਪਾਤਸ਼ਾਹ ਨੇ ਉਸ ਨੂੰ ਸੰਪੂਰਨ ਕੀਤਾ। ਇਸ ਲਈ ਅੱਜ ਸਾਡੇ ਕੋਲੇ ਗੁਰਬਾਣੀ ਦਾ ਗੁਰੂ ਗ੍ਰੰਥ ਹੈ ਤੇ ਆਪਾਂ ਸਾਰੇ ਪੰਥ ਦਾ ਅੰਗ ਹੈ, ਪੰਥ ਦਾ ਹਿੱਸਾ ਹਾਂ ਔਰ ਪੰਥ ਦਾ ਅੰਗ ਬਣ ਕੇ ਜੀਉਣਾ ਹੈ। ਪੰਥ ਦਾ ਭਾਵ ਜਿਹੜਾ ਗੁਰਬਾਣੀ ਮਾਰਗ ਦੱਸਦੀ ਉਸ ਤੇ ਚੱਲਣਾ, ਤੇ ਉਸ ਤੇ ਚੱਲਣ ਵਾਲੇ ਸਾਰੇ ਪੰਥੀ ਹਨ। ਜਿੰਨੀ ਜਿੰਨੇ ਕਿਸੇ ਨੂੰ ਸਮਝ ਹੈ ਉਹ ਚੱਲ ਰਿਹਾ। ਸੋ ਆਪਾਂ ਗੁਰਬਾਣੀ ਤੋਂ ਅਗਵਾਈ ਲੈਣੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ, ਗੁਰਬਾਣੀ ਦਾ ਪਾਠ ਕਰਨਾ ਹੈ। ਇੱਕ ਸਹਿਜ ਪਾਠ ਜ਼ਰੂਰ ਕਰੋ, ਗੁਰਬਾਣੀ ਦੇ ਦਰਸ਼ਨ ਕਰੋ, ਉਹਦੀ ਤਰਤੀਬ ਤੇ ਸੰਪਾਦਨਾ ਕੈਸੀ ਹੈ। ਬੱਚਿਆਂ ਨੂੰ ਗੁਰਬਾਣੀ ਪੜ੍ਹਾਓ, ਜੇ ਆਪਾਂ ਪੜ੍ਹਾਂਗੇ ਬੱਚੇ ਵੀ ਰੀਸ ਨਾਲ ਪੜ੍ਹਨਗੇ। ਗੁਰਦੁਆਰੇ ਆਓ, ਗੁਰਬਾਣੀ ਦਾ ਕੀਰਤਨ ਸੁਣੋ, ਪਾਠ ਸੁਣੋ। ਗੁਰਬਾਣੀ ਸਾਡੀ ਜ਼ਿੰਦ ਜਾਨ ਹੈ, ਗੁਰਬਾਣੀ ਦਾ ਰੂਪ ਹੋ ਜਾਣਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਪਹਿਲਾ ਪ੍ਰਕਾਸ਼ ਦਿਹਾੜਾ, ਦੂਜਾ ਸੰਪੂਰਨਤਾ ਦਿਵਸ, ਤੀਜਾ ਗੁਰਗੱਦੀ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਰੋਜ਼ਾਨਾ ਹੋਣ ਵਾਲਾ ਪ੍ਰਕਾਸ਼
ਔਰ ਇਹ ਗੁਰਦੁਆਰੇ, ਇਹ ਸੰਗਤਾਂ ਹਮੇਸ਼ਾ ਸਾਨੂੰ ਸੁਨੇਹਾ ਦਿੰਦੀਆਂ, ਸੰਦੇਸ਼ ਦਿੰਦੀਆਂ, ਆਵਾਜ਼ ਮਾਰਦੀਆਂ, ਸੁਣ ਲਿਆ ਕਰੀਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਗਾਵੋ ਸੱਚੀ। ਹਾਂਜੀ, ਸੱਚੀ ਬਾਣੀ ਗਾਉਣੀ ਹੈ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਹੜੀ ਮਹਾਨ ਦਾਤ ਸਾਨੂੰ ਮਿਲੀ ਹੈ। ਸੋ ਸਭ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ, ਮੁਬਾਰਕਾਂ। ਹੁਣ ਅਗਲੀ ਗੱਲ ਜਿਹੜੀ ਹੈ, ਸਾਡੇ ਹਿਰਦਿਆਂ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ, ਸਾਡੇ ਹਿਰਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਹੋਵੇ। ਉਹ ਸਮਝ ਕੇ ਤੇ ਵਿਚਾਰ ਕੇ ਹੋ ਸਕਦਾ ਹੈ। ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਹਨ, ਸਤਿਗੁਰ ਨੂੰ ਸਭ ਕੋ ਵੇਖਦਾ, ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ। ਅਸੀਂ ਚਿੰਤਾ ਮੁਕਤ ਹੋਣਾ ਚਾਹੁੰਦੇ, ਮੁਕਤੀ ਮਰਨ ਤੋਂ ਬਾਅਦ ਵਾਲੀ ਨਹੀਂ। ਟੈਨਸ਼ਨ ਜਿਹੜੀ ਹੈ, ਚਿੰਤਾ ਮੁਕਤ ਹੋਣਾ ਚਾਹੁੰਦੇ ਆ, ਪਰੇਸ਼ਾਨੀਆਂ ਤੋਂ ਮੁਕਤ ਹੋਣਾ ਚਾਹੁੰਦੇ ਆ, ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦੇ ਆ, ਰੋਗਾਂ ਤੋਂ, ਹੋਰ ਕਈ ਕਰਮ ਦੇ ਵਹਿਮ ਭਰਮ ਜਿਨ੍ਹਾਂ ਵਿੱਚ ਆਪਾਂ ਗਰਸੇ, ਅਵਗੁਣਾ ਤੋਂ, ਬਰਿਆਈ ਤੋਂ, ਆਦਤਾਂ ਨਹੀਂ ਛੁੱਟਦੀਆਂ। ਇਹ ਮੁਕਤੀ ਸ਼ਬਦ ਨਾਲ ਜੁੜ ਕੇ ਹੋ ਸਕਦੀ ਆ। ਉਹ ਜੀਵਨ ਨੂੰ ਆਨੰਦਮਈ ਬਣਾਇਆ ਜਾ ਸਕਦਾ, ਪਰ ਕੇਵਲ ਵੇਖਿਆ ਨਹੀਂ। ਦਦਾਰ ਵੀ ਕਰਨੇ ਮੁਬਾਰਕ ਹਨ, ਪਰ ਦਰਸ਼ਨ ਵੀ ਕਰੀਏ। ਦਰਸ਼ਨ ਵਿਚਾਰ ਦੇ ਨਾਲ ਹੁੰਦੇ ਆ, ਔਰ ਦਰਸ਼ਨ ਮਨ ਕਰਦਾ। ਸੋ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਤੇ ਗੁਰਬਾਣੀ ਦੀ ਵਿਚਾਰ ਕਰੀਏ, ਗੁਰਬਾਣੀ ਦੇ ਨਾਲ ਜੁੜੇ ਰਹੀਏ, ਤਾਂ ਹੀ ਹੋ ਸਕਦੇ ਨੇ ਸਾਡੇ ਇਹ ਲੋਕ ਸੁਖੀਏ, ਪਰਲੋਕ ਸਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਬੱਬ ਬਣਾਇਆ। ਆਪ ਸੰਗਤਾਂ ਨੇ ਸਨਮਾਨ, ਸਤਿਕਾਰ, ਆਦਰ ਦਿੱਤਾ, ਬੈਠ ਕੇ ਸੁਣਿਆ। ਔਰ ਗੁਰਦੁਆਰਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਔਰ ਉਹਨਾਂ ਦੇ ਸੇਵਾਦਾਰ, ਜਿਨ੍ਹਾਂ ਦੇ ਰਾਹੀਂ ਸਾਨੂੰ ਮੌਕਾ ਮਿਲਿਆ, ਸਰਦਾਰ ਅਮਰਜੀਤ ਸਿੰਘ ਜੀ ਗਿਰਨ, ਭਾਈ ਮਨਜੀਤ ਸਿੰਘ ਜੀ ਤੇ ਅਨੇਕਾਂ ਹੋਰ ਸਾਥੀ, ਜਿਨ੍ਹਾਂ ਨੂੰ ਆਪ ਜੀ ਨੇ ਇੱਥੇ ਸੇਵਾ ਦਾ ਮੌਕਾ ਦਿੱਤਾ। ਉਹਨਾਂ ਨੇ ਸਾਨੂੰ ਪ੍ਰਚਾਰ ਵਾਸਤੇ ਸੇਵਾ ਦਾ ਮੌਕਾ ਦਿੱਤਾ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ। ਆਉਣ ਵਾਲੇ ਹੋਰਾਂ ਦੀਵਾਨਾਂ ਵਿੱਚ ਵੀ ਆਪਾਂ ਵਿਚਾਰ ਕਰਦੇ ਰਹਾਂਗੇ। ਉਹ ਜਿਹੜੀ ਲੜੀ ਸ਼ੁਰੂ ਕੀਤੀ ਹੈ, ਉਹ ਲੜੀ ਤੋਂ ਹਟ ਕੇ, ਕਿਉਂਕਿ ਪ੍ਰਕਾਸ਼ ਦਿਹਾੜਾ ਮਨਾਉਣਾ ਸੀ, ਆਪਾਂ ਮੁੱਖ ਵਾਕਿਆ ਸਾਂਝਾ ਕੀਤਾ ਹੈ। ਬਾਕੀ ਗੁਰਬਾਣੀ ਦਾ, ਬਾਣੀਕਾਰਾਂ ਦਾ ਇਤਿਹਾਸ ਬਹੁਤ ਵਿਸ਼ਾਲ ਤੇ ਲੰਬਾ ਹੈ। ਉਸ ਦੀ ਲੜੀ ਸ਼ੁਰੂ ਕੀਤੀ ਹੈ, ਉਹ ਜਿਹੜੀ ਉਹ ਕੱਲ ਤੋਂ ਅੱਗੇ ਤੋਰੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।